ਸਾਰਿਆਂ ਦਾ ਸਵਾਗਤ ਹੈ ਜੀ ਇੱਥੇ ਅੱਜ ਮੇਰੇ ਨਾਲ ਸਾਡੇ ਸਤਿਕਾਰਯੋਗ ਐਮਐਲਏ ਜਗਦੇਵ ਸਿੰਘ ਜੀ ਕਮਾਲੂ ਐਮਐਲਏ ਮੋੜ ਨੇ ਤੇ ਮੇਰੇ ਲੈਫਟ ਹੈਂਡ ਤੇ ਸਰਦਾਰ ਰਸ਼ਪਾਲ ਸਿੰਘ ਜੀ ਜੋੜਾ ਮਾਜਰਾ ਬਹੁਤ ਸੀਨੀਅਰ ਕੁਲੀਗ ਨੇ ਪਾਰਟੀ 'ਚ ਸਾਡੇ ਨਾਲ ਕੰਮ ਕਰਦੇ ਨੇ। ਅੱਜ ਅਸੀਂ ਸਾਰੇ ਦੋ ਇਸ਼ੂਜ਼ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਇੱਕ ਤਾਂ ਜਿਹੜਾ ਨਵਰੀਤ ਸਿੰਘ ਨੌਜਵਾਨ 24 ਸਾਲ ਦਾ ਉਸ ਦੀ ਹੱਤਿਆ ਕੀਤੀ ਗਈ ਹੈ 26 ਜਨਵਰੀ ਨੂੰ ਗਾਜ਼ੀਪੁਰ ਬਾਰਡਰ ਦੇ ਉੱਤੇ ਆਈਟੀਓ ਚੌਂਕ ਤੇ ਔਰ ਉਸ ਦੀ ਮੌਤ ਨੂੰ ਐਕਸੀਡੈਂਟ ਕਰਾਰ ਦੇ ਕੇ ਪੁਲਿਸ ਨੇ ਗਵਰਨਮੈਂਟ ਨੇ ਔਰ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ, ਜਦ ਕਿ ਉੱਥੇ ਜਿਹੜੇ ਆਈ ਵਿਟਨੈਸ ਅਕਾਊਂਟ ਆ ਉਸ ਦਾ ਇੱਕ ਸਕੇ ਚਾਚੇ ਦਾ ਬੇਟਾ ਨਕਸ਼ਦੀਪ ਸਿੰਘ, ਇਹਨਾਂ ਦਾ ਜਿਹੜਾ ਪਿੰਡ ਹੈ ਉੱਤਰ ਪ੍ਰਦੇਸ਼ ਦੇ ਵਿੱਚ ਡਿਬਡਿਪਾ ਪਿੰਡ ਹੈ। ਇਹਦੇ ਜਿਹੜੇ ਨਵਰੀਤ ਸਿੰਘ ਦੇ ਦਾਦਾ ਜੀ ਹਰਦੀਪ ਸਿੰਘ ਡਿਬਡਿਪਾ, ਇਹਨਾਂ ਦੀ ਜ਼ਮੀਨ ਗੰਗਾਨਗਰ ਚ ਵੀ ਆ ਤੇ ਇਹ ਬਾਜ਼ ਰੁਦਰਪੁਰ ਵੀ ਰਹਿੰਦੇ ਨੇ। ਇਹ ਐਸਜੀਪੀਸੀ ਦੇ ਮੈਂਬਰ ਵੀ ਰਹਿ ਚੁੱਕੇ ਨੇ। ਇਹ ਕੋਈ ਐਵੇਂ ਕੋਈ ਗੈਰ ਜ਼ਿੰਮੇਵਾਰ ਬੰਦੇ ਨਹੀਂ ਸੀਗੇ ਔਰ ਇਹ ਸਾਰਾ ਪਰਿਵਾਰ ਇਸ ਸੰਘਰਸ਼ ਵਿੱਚ ਕੁੱਦਿਆ ਹੋਇਆ ਸੀਗਾ। ਜਿਹੜਾ ਨਵਰੀਤ ਹੈ ਤੇ ਉਹਦਾ ਕਜ਼ਨ ਨਕਸ਼ਦੀਪ, ਉਹ ਗਾਜ਼ੀਪੁਰ ਬਾਰਡਰ ਦੇ ਉੱਤੇ ਕਾਫੀ ਅਰਸੇ ਤੋਂ ਪ੍ਰੋਟੈਸਟ ਕਰ ਰਹੇ ਸੀਗੇ ਤੇ ਜਿਹੜੇ ਇਹਨਾਂ ਦੇ ਦਾਦਾ ਜੀ ਆ ਹਰਦੀਪ ਸਿੰਘ ਡਿਬਡਿਬਾ, ਉਹ ਰਾਜਸਥਾਨ ਬਾਰਡਰ ਦੇ ਉੱਤੇ ਲਗਾਤਾਰ ਕਿਸਾਨ ਅੰਦੋਲਨ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਸੀਗੇ। ਆਪਾਂ ਸਭ ਨੇ ਦੇਖਿਆ ਕਿ 26 ਤਰੀਕ ਨੂੰ ਜਿਹੜਾ ਕਾਲ ਦਿੱਤੀ ਗਈ ਸੀ ਟਰੈਕਟਰ ਪਰੇਡ ਦੀ, ਇਸ ਟਰੈਕਟਰ ਪਰੇਡ ਵਿੱਚ ਉਹ ਆਪਣਾ ਟਰੈਕਟਰ ਲੈ ਕੇ ਆਏ ਹੋਏ ਸੀਗੇ ਔਰ ਵੀਡੀਓਜ਼ ਤੁਸੀਂ ਸਾਰਿਆਂ ਨੇ ਤਕਰੀਬਨ ਦੇਖ ਰਹੀਆਂ ਕਿ ਉਹ ਟਰੈਕਟਰ ਜਿਹੜਾ ਉਹ ਉਲਟਣ ਦੇ ਕਾਰਨ ਮੀਡੀਆ ਕਹਿ ਰਿਹਾ, ਪਰ ਮੇਰੇ ਕੋਲ ਇਹਦੀ ਪੋਸਟਮਾਰਟਮ ਦੀ ਰਿਪੋਰਟ ਹੈ। ਇਹਦੇ 'ਚ ਮੈਂ ਡਾਕਟਰਸ ਨੂੰ ਕੰਸਲਟ ਕੀਤਾ ਇਨ ਸਿੰਪਲ ਲੈਂਗੁਏਜ, ਸਾਦੀ ਲੈਂਗੁਏਜ 'ਚ ਆ ਕਿ ਇਹਦੇ ਚਿੰਨ ਦੇ ਲਾਗੇ, ਇਹਦੀ ਠੋਡੀ ਦੇ ਲਾਗੇ ਇੱਕ ਐਂਟਰੀ ਪੁਆਇੰਟ ਹੈ ਔਰ ਇੱਕ ਕੰਨ ਦੇ ਲਾਗੇ ਇਹਦੇ ਐਗਜ਼ਿਟ ਪੁਆਇੰਟ ਹੈ ਔਰ ਬ੍ਰੇਨ ਮੈਟਰ ਪੋਰਿੰਗ ਆਊਟ ਆ। ਬ੍ਰੇਨ ਮੈਟਰ ਯਾਨੀ ਕਿ ਜਿਹੜਾ ਸਿਰ ਦੇ ਵਿੱਚ ਦਿਮਾਗ ਦੇ ਵਿੱਚ ਹੈ ਸਾਰਾ ਉਹ ਸਮਾਨ ਬਾਹਰ ਨਿਕਲਿਆ ਹੋਇਆ, which clearly indicates that this is a clear-cut case of police firing. ਇਹ ਮੁੰਡਾ ਨੌਜਵਾਨ ਔਰ ਨਕਸ਼ਦੀਪ ਹੁਣੀ ਤੇ ਹੋਰ ਕਿਸਾਨ ਆਗੂ ਉੱਥੇ ਚਸ਼ਮਦੀਦ ਗਵਾਹ ਨੇ, ਗਵਾਹੀ ਦੇ ਰਹੇ ਨੇ ਇਹ ਗੋਲੀ ਦੇ ਨਾਲ ਮਰਿਆ ਵਾ। ਔਰ ਜੇ ਤੁਸੀਂ ਸੀਕੁਐਂਸ ਆਫ ਦੇਖੋਗੇ ਟਰੈਕਟਰ ਦਾ ਵੀ, ਉਹ ਗੋਲੀ ਇੱਕ ਤੋਂ ਵੱਧ ਗੋਲੀ ਚੱਲੀ ਆ, ਟਰੈਕਟਰ ਦੇ ਟਾਇਰਾਂ ਵਿੱਚ ਵੀ ਲੱਗੀ ਆ ਜਿਹਦੇ ਨਾਲ ਇੰਬੈਲੈਂਸ ਹੋ ਗਿਆ ਤੇ ਜਦੋਂ ਇਹਦੇ ਗੋਲੀ ਵੱਜੀ ਆ ਉਦੋਂ ਟਰੈਕਟਰ ਦਾ ਆਊਟ ਆਫ ਕੰਟਰੋਲ ਹੋ ਗਿਆ ਤੇ ਇਹਦੀ ਉੱਥੇ ਉਸ ਗੋਲੀ ਦੇ ਕਰਕੇ ਮੌਤ ਹੋਈ ਹੈ। ਇੱਕ ਮਿੰਟ ਵਾਸਤੇ ਮੰਨ ਲਓ ਕਿ ਪੁਲਿਸ ਤੇ ਮੀਡੀਆ, ਜਿਹੜਾ ਗੋਦੀ ਮੀਡੀਆ ਹੈ, ਉਹ ਕਹਿੰਦਾ ਜੀ ਕਿ ਐਕਸੀਡੈਂਟ ਨਾਲ ਮਰਿਆ ਹੈ ਨੌਜਵਾਨ, ਤੇ ਫਿਰ ਜਦੋਂ ਐਕਸੀਡੈਂਟ ਹੋਇਆ ਸੀਗਾ ਕੀ ਸਰਕਾਰ ਨੇ, ਅਕਸਰ ਪੁਲਿਸ ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਪੁਲਿਸ ਸੀ, ਆਫਸਰ ਸੀਗੇ, ਐਗਜ਼ੈਕਟਿਵ ਮੈਜਿਸਟ੍ਰੇਟ, ਐਸਡੀਐਮ ਸਭ ਦੀ ਡਿਊਟੀ ਲੱਗੀ ਹੁੰਦੀ ਸਰਕਾਰੀ ਮੁਲਾਜ਼ਮਾਂ ਦੀ, ਕਿਸੇ ਨੇ ਉਹਨੂੰ ਹਸਪਤਾਲ ਵਿੱਚ ਫਰਸਟ ਏਡ ਦੀ ਲਿਜਾਣ ਦੀ ਕੋਸ਼ਿਸ਼ ਕੀਤੀ, ਕੋਈ ਉਹਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ? ਤੇ ਜੇ ਹੱਤਿਆ ਹੋ ਗਈ ਸੀਗੀ ਤੇ ਦਿੱਲੀ ਵਿੱਚ ਪੋਸਟਮਾਰਟਮ ਕਿਉਂ ਨਹੀਂ ਕੀਤਾ ਗਿਆ? ਪਰਿਵਾਰ ਨੂੰ ਮਜਬੂਰ ਕੀਤਾ ਗਿਆ ਤੇ ਉਹ ਪਰਿਵਾਰ ਉੱਤਰ ਪ੍ਰਦੇਸ਼ ਵਿੱਚ ਆਪਣੀ ਉਹਦੀ ਬੋਡੀ ਲੈ ਕੇ ਗਏ ਨੇ। ਉਹ ਸਧਾਰਨ ਅੱਛੇ ਸਾਦੇ ਬੰਦੇ ਨੇ, ਚੰਗੇ ਇਨਸਾਨ ਨੇ, ਉਹਨਾਂ ਨੇ ਜਿਹੜਾ ਹੈਗਾ ਉਹਦਾ ਅੰਤਮ ਸੰਸਕਾਰ ਕਰ ਦਿੱਤਾ। ਸਾਡਾ ਸੰਪਰਕ ਉਹਨਾਂ ਦੇ ਨਾਲ ਲੇਟ ਹੋਇਆ। ਮੈਂ ਹਰਦੀਪ ਸਿੰਘ ਨੂੰ ਬਹੁਤ ਜ਼ਾਤੀ ਤੌਰ ਤੇ ਕਈ ਅਰਸੇ ਤੋਂ ਜਾਣਦਾ, ਬਹੁਤ ਨੇਕ ਦਿਲ ਇਨਸਾਨ ਆ। ਔਰ ਉੱਥੇ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ, ਜਦੋਂ ਅਸੀਂ ਜ਼ਹਿਰੀਲੇ ਇੰਡਸਟਰੀਅਲ ਪੋਲਿਊਟਿਡ ਵਾਟਰਸ, ਖਾਸ ਤੌਰ ਤੇ ਬੁੱਢੇ ਨਾਲੇ ਦਾ ਇਸ਼ੂ ਚੱਕਿਆ ਸੀਗਾ, ਜਿਹਦੇ ਕਰਕੇ ਅਸੀਂ ਕਹਿੰਦੇ ਸੀ ਕਿ ਪੰਜਾਬ ਦੇ ਜਿਹੜੇ ਸਦਰਨ ਡਿਸਟ੍ਰਿਕਟਸ ਨੇ, ਮਾਲਵਾ ਰੀਜਨ ਹੈ, ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੈਂਸਰ ਫੈਲ ਰਿਹਾ ਵਾ ਤੇ ਕੈਂਸਰ ਟ੍ਰੇਨ ਜਾਂਦੀ ਆ ਬਠਿੰਡੇ ਤੋਂ ਲੈ ਕੇ ਬੀਕਾਨੇਰ ਨੂੰ। ਤੇ ਉਦੋਂ ਹਰਦੀਪ ਸਿੰਘ ਡਿਬਡਿਬਾ ਨੇ ਮੈਨੂੰ ਗੰਗਾਨਗਰ ਤੋਂ ਕਾਲ ਕਰਕੇ ਉੱਥੇ ਇਨਵਾਈਟ ਕੀਤਾ ਸੀਗਾ। ਉਹ ਕਹਿੰਦਾ ਜੀ ਜੇ ਤੁਸੀਂ ਗੰਗਾਨਗਰ ਦਾ ਪਾਣੀ ਦੇਖ ਲਓਗੇ ਆਣ ਕੇ, ਉਹ ਬੁੱਢੇ ਨਾਲੋਂ ਵੀ ਜ਼ਿਆਦਾ ਜ਼ਹਿਰੀਲਾ ਵਾ, ਕਿਉਂਕਿ ਉੱਥੇ ਵੀ ਕੈਂਸਰ ਦੇ ਨਾਲ ਲੋਕਾਂ ਦੀਆਂ ਮੌਤਾਂ ਹੋ ਰਹੀਆਂ। ਇਸ ਤਰ੍ਹਾਂ ਨਾਲ ਉਹ ਤੋਂ ਪਹਿਲਾਂ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨਾਲ ਇਹਨਾਂ ਦੇ ਤਾਲੁਕਾਤ ਸੀਗੇ, ਪੁਰਾਣਾ ਜਾਣਦਾ ਇਹਨਾਂ ਨੂੰ, ਬਹੁਤ ਸੁਲਝਿਆ ਹੋਇਆ ਪਰਿਵਾਰ ਹੈ। ਇਸ ਕਰਕੇ ਇੱਕ ਤਾਂ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ, ਇਹਦੀ ਮੌਤ ਅਜਾਇਆ ਨਹੀਂ ਜਾਣੀ ਚਾਹੀਦੀ, ਇਹਦੀ ਬਕਾਇਦਾ ਤੌਰ ਤੇ ਨਿਆਇਕ ਜਾਂਚ ਹੋਣੀ ਚਾਹੀਦੀ ਹੈ। ਘੱਟੋ ਘੱਟ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਨਿਰਪੱਖ ਜਾਂਚ ਹੋਊਗੀ ਤਾਂ ਕਿ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਦੂਸਰਾ, ਇਹਦੇ ਨਾਲ ਹੀ ਕਨੈਕਟਡ ਇੱਕ ਇਨਸੀਡੈਂਟ ਫਾਇਰਿੰਗ ਦਾ ਲਾਲ ਕਿਲੇ ਦੇ ਅੰਦਰ ਵੀ ਹੋਇਆ ਵਾ। ਤੁਸੀਂ ਸ਼ਾਇਦ ਸਾਰਿਆਂ ਨੇ ਛੋਟੀ ਸ਼ਾਰਟ ਵੀਡੀਓ ਜਿਹਦੇ ਚ ਬਾਰ-ਬਾਰ 3-4 ਗੋਲੀਆਂ ਚਲਾਈਆਂ ਗਈਆਂ ਲਾਲ ਕਿਲੇ ਦੇ ਅੰਦਰ,
ਔਰ ਇੱਕ ਨੌਜਵਾਨ ਦੇ ਪੱਟ ਵਿੱਚ ਗੋਲੀ ਵੱਜਦੀ ਹੈ। ਉਸ ਨੂੰ ਉਹਦੇ ਨਾਲ ਦੇ ਸਾਥੀ ਉਸੇ ਵੇਲੇ ਇਮੀਡੀਏਟਲੀ ਉਹਦੇ ਪੱਟ ਨੂੰ ਬਹੁਤ ਜ਼ੋਰ ਦੇ ਕੱਪੜਾ ਲੈ ਕੇ ਤੇ ਉਹਨੂੰ ਬਹੁਤ ਜ਼ੋਰ ਨਾਲ ਬੰਨ੍ਹਦੇ ਤਾਂ ਕਿ ਇਹਦਾ ਖੂਨ ਨਾ ਵਗ ਜਾਵੇ। ਇਹਦਾ ਮਤਲਬ ਇਹ ਹੈ ਕਿ ਦਿੱਲੀ ਪੁਲਿਸ ਨੂੰ ਫਾਇਰਿੰਗ ਗੋਲੀ ਚਲਾਉਣ ਦੇ ਆਦੇਸ਼ ਸੀਗੇ ਔਰ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਕਿ ਇਹੀ ਜਿਹੜੀ ਨਿਆਇਕ ਜਾਂਚ ਹੋਵੇ ਹਾਈ ਕੋਰਟ ਦੇ ਜੱਜ ਦੀ, ਇਹ ਨਵਰੀਤ ਸਿੰਘ ਦੇ ਮਾਮਲੇ ਦੀ ਵੀ ਜਾਂਚ ਕਰੇ ਤੇ ਰੈੱਡ ਫੋਰਟ ਦੇ ਅੰਦਰ ਜੋ ਵਾਪਰਿਆ ਉਸ ਦਿਨ ਕੌਣ ਲੋਕ ਸੀਗੇ, ਕਿਹਨਾਂ ਨੇ ਹੁੱਲੜਬਾਜ਼ੀ ਕੀਤੀ, ਪੁਲਿਸ ਵਾਲੇ ਜੇ ਉੱਥੇ ਨੂੰ ਪ੍ਰੋਵੋਕ ਕੀਤਾ ਗਿਆ ਉਹ ਕੌਣ ਸੀਗੇ, ਕੀ ਆਰਐਸਐਸ ਦੇ ਗਵਰਨਮੈਂਟ ਦੇ ਪਲਾਂਟਡ ਏਜੰਟ ਸੀਗੇ ਜਿਨ੍ਹਾਂ ਨੇ ਸਾਰਾ ਖਲਲ ਪਾਇਆ ਤਾਂ ਕਿ ਇਸ ਮੋਰਚੇ ਨੂੰ ਇਸ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ, ਇਹਨੂੰ ਟੋਰਪੀਡੋ ਕੀਤਾ ਜਾਵੇ ਤਾਂ ਕਿ ਉਹ ਸਬਸੀਕੁਐਂਟਲੀ ਫਿਰ ਇਲੈਕਟ੍ਰੋਨਿਕ ਮੀਡੀਆ ਤੇ ਜਿਹੜੇ ਪੇਡ ਚੈਨਲ ਨੇ ਸਰਕਾਰ ਦੇ ਉਹਦੇ ਤੇ ਇਹਨਾਂ ਨੂੰ ਹੁੱਲੜਬਾਜ਼ ਕਹਿਤਾ, ਇਹਨਾਂ ਨੂੰ ਐਂਟੀ ਨੈਸ਼ਨਲ ਕਹਿਤਾ, ਇਹਨਾਂ ਨੂੰ ਆਤੰਕੀ ਕਹਿਤਾ, ਇਹਨਾਂ ਨੂੰ ਪਤਾ ਨਹੀਂ ਕੀ ਕੁਝ ਕਹਿਤਾ। ਤੇ ਮੈਂ ਪੁੱਛਣਾ ਚਾਹੁੰਦਾ ਜਦੋਂ ਨਿਰਭਇਆ ਦਾ ਮਾਮਲਾ ਉੱਠਿਆ ਸੀ ਰੇਪ ਦਾ ਤੇ 2012 ਦੇ ਵਿੱਚ ਰਾਸ਼ਟਰਪਤੀ ਭਵਨ ਦੇ ਬਾਹਰ ਜਾ ਕੇ ਦਿੱਲੀ ਦੇ ਸਾਰੇ ਵੱਡੇ ਹਜੂਮ ਨੇ ਉੱਥੇ ਪੁਲਿਸ ਨੂੰ ਭਜਾਇਆ, ਕੁੱਟਿਆ, ਮਾਰਿਆ, ਉਦੋਂ ਤਾਂ ਕਿਸੇ ਨੇ ਉਹਨਾਂ ਨੂੰ ਆਤੰਕੀ ਨਹੀਂ ਕਿਹਾ, ਕਿਸੇ ਨੇ ਨਹੀਂ ਕਿਹਾ ਇਹ ਐਂਟੀ ਨੈਸ਼ਨਲ ਹੈ, ਕਿਸੇ ਨੇ ਨਹੀਂ ਕਿਹਾ ਉਗਰਵਾਦੀ ਆ। ਉਹਨਾਂ ਨੂੰ ਸਾਰਾ ਇਹੀ ਨੈਸ਼ਨਲ ਮੀਡੀਆ ਸਿਰਫ ਪਤਾ ਕੀ ਕਹਿੰਦਾ ਸੀਗਾ ਕਿ ਇਹ ਪ੍ਰੋਟੈਸਟਰਸ ਨੇ, ਇਹ ਸਿਰਫ ਆਪਣਾ ਵਿਰੋਧ ਦਰਜ ਕਰਨ ਵਾਸਤੇ ਇੱਥੇ ਆਏ ਨੇ। ਤੇ ਜਿਹੜੇ ਲੋਕਾਂ ਨੇ ਬਾਬਰੀ ਮਸਜਿਦ ਢਾਈ ਉੱਤੇ ਚੜ੍ਹ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਝੰਡੇ ਗੱਡੇ ਉੱਤੇ, ਉਹਨਾਂ ਨੂੰ ਕਿਸੇ ਨੇ ਉਗਰਵਾਦੀ ਨਹੀਂ ਕਿਹਾ। ਇਸ ਕਰਕੇ ਬਹੁਤ ਸਾਰੇ ਇਨਸੀਡੈਂਟਸ ਦੱਸਦੇ ਨੇ ਸਾਨੂੰ ਔਰ ਇਹ ਝੰਡਾ, ਜੇ ਝੰਡੇ ਦੀ ਗੱਲ ਕਰੋ ਤਾਂ ਤੁਸੀਂ ਦੇਖੋਗੇ ਕਿ ਬੀਜੇਪੀ ਦੇ ਆਰਐਸਐਸ ਨੇ ਝੰਡੇ ਹਾਈ ਕੋਰਟਾਂ ਦੇ ਉੱਤੇ ਆਪਣੇ ਟੰਗੇ ਹੋਏ ਨੇ ਜਾ ਕੇ ਕਚਹਿਰੀਆਂ ਦੇ ਵਿੱਚ। ਇਸ ਕਰਕੇ ਇਹ ਸਾਰੇ ਘਟਨਾਕ੍ਰਮ ਨੂੰ ਜਾਣ-ਬੁੱਝ ਕੇ ਮੋਰਚੇ ਨੂੰ ਬਦਨਾਮ ਕਰਨ ਲਈ, ਕਿਸਾਨ ਅੰਦੋਲਨ ਨੂੰ ਟੋਰਪੀਡੋ ਕਰਨ ਲਈ, ਇਹਨੂੰ ਫੇਲ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ ਤੇ ਬਾਅਦ ਵਿੱਚ 24 ਘੰਟੇ ਟੀਵੀ ਚੈਨਲਾਂ ਦੇ ਉੱਤੇ ਇਹਦੀ ਬਦਨਾਮੀ ਕੀਤੀ ਗਈ ਹੈ। ਔਰ ਹੋਰ ਦੁੱਖ ਦੀ ਗੱਲ ਹੈ ਬੀਜੇਪੀ ਦੇਖੋ ਕਿੱਡੀ ਗਲਤ ਗੱਲ ਕਰ ਰਹੀ ਹੈ, ਫਿਰਕੂ ਦੰਗੇ ਕਰਾਉਣ ਦੇ ਚੱਕਰ ਵਿੱਚ ਪਈ ਹੋਈ ਹੈ। ਕੱਲ ਤੁਸੀਂ ਦੇਖਿਆ ਕੁੰਡਲੀ ਬਾਰਡਰ ਤੇ ਐਵੇਂ 200-300 ਆਦਮੀ ਉੱਥੇ ਬਨੋਟੀ ਜਿਹੜਾ ਬੀਜੇਪੀ ਦਾ ਏਜੰਟ ਹੋਊਗਾ ਹੱਥ ਠੋਕ ਕੇ ਉਹਨਾਂ ਨੂੰ ਝੰਡੇ ਫੜਾ ਕੇ ਤੇ ਭੇਜਤਾ ਕਿ ਜੀ ਤੁਸੀਂ ਜਗ੍ਹਾ ਖਾਲੀ ਕਰੋ। ਔਰ ਪਿੰਡਾਂ ਦੇ ਵਿੱਚ ਇਹ ਬੀਜੇਪੀ ਇੱਕ ਬਕਾਇਦਾ ਕੈਂਪੇਨ ਚਲਾ ਰਹੀ ਸੀਗੀ ਕਿ ਇਹਨਾਂ ਕਿਸਾਨਾਂ ਨੂੰ ਬਾਰਡਰਾਂ ਤੋਂ ਉਠਾਓ। ਇਹਨਾਂ ਕਿਸਾਨਾਂ ਨੇ ਕੀ ਗਲਤ ਕੀਤਾ ਜੀ? ਇਹ ਤਾਂ ਆਪਣੇ ਹਕੂਕ ਦੀ, ਆਪਣੇ ਅਧਿਕਾਰਾਂ ਦੀ ਲੜਾਈ ਲੜ ਰਹੇ ਨੇ ਔਰ ਪਿਛਲੇ 6 ਮਹੀਨਿਆਂ ਤੋਂ ਲੜ ਰਹੇ ਨੇ। 2 ਮਹੀਨਿਆਂ ਤੋਂ ਬਾਰਡਰ ਤੇ ਬੈਠੇ ਨੇ। 150 ਦੇ ਕਰੀਬ ਬੰਦਾ ਜਿਹੜਾ ਕਿਸਾਨ ਮਾਰਿਆ ਜਾ ਚੁੱਕਾ ਵਾ। ਇਹਦੇ ਨਾਲੋਂ ਜ਼ਿਆਦਾ ਦੁੱਖਦਾਈ, ਇਹਦੇ ਨਾਲੋਂ ਜ਼ਿਆਦਾ ਤਾਨਾਸ਼ਾਹ ਸਰਕਾਰ, ਇਹਦੇ ਨਾਲੋਂ ਜ਼ਿਆਦਾ ਮਾੜੀ ਸਰਕਾਰ, ਇਹਦੇ ਨਾਲੋਂ ਜ਼ਿਆਦਾ ਡਿਕਟੇਟਰਸ਼ਿਪ, ਇਹਦੇ ਨਾਲੋਂ ਜ਼ਿਆਦਾ ਐਂਟੀ ਪੀਪਲ ਸਰਕਾਰ ਮੈਂ ਸਮਝਦਾ ਕਦੀ ਨਹੀਂ ਦੇਖੀ। ਇਸ ਕਰਕੇ ਇੱਕ ਤਾਂ ਇਹਦੀ ਨਿਆਇਕ ਜਾਂਚ ਅਵਸ਼ ਸਾਰੇ ਘਟਨਾਕ੍ਰਮ ਦੀ ਤੇ ਨਵਰੀਤ ਸਿੰਘ ਨੂੰ ਬਕਾਇਦਾ ਤੌਰ ਤੇ ਇਨਸਾਫ ਮਿਲਣਾ ਚਾਹੀਦਾ। ਮੇਰੀ ਹੱਥ ਜੋੜ ਕੇ ਨਿਮਰਤਾ ਨਾਲ ਕਿਸਾਨ ਆਗੂਆਂ ਨੂੰ ਬੇਨਤੀ ਹੈ ਕਿ ਤੁਸੀਂ 150 ਜਿਹੜਾ ਵਿਅਕਤੀ ਮਰਿਆ ਉਹਨੂੰ ਤੁਸੀਂ ਸਾਰੇ ਕਹਿੰਦੇ ਆਪਾਂ ਕਿ ਸ਼ਹੀਦ ਆ ਔਰ ਹੈ ਵੀ ਸ਼ਹੀਦ, ਕਿਉਂਕਿ ਆਪਣੇ ਕੰਮ ਲਈ ਨਹੀਂ ਮਰੇ, ਉਹ ਕਿਸਾਨਾਂ ਦੇ ਅੰਦੋਲਨ ਵਿੱਚ ਜਾ ਕੇ ਉਹਨਾਂ ਦੀ ਮੌਤ ਹੋਈ ਹੈ। ਤੇ ਨਵਰੀਤ ਸਿੰਘ ਦੇ ਕੇਸ ਨੂੰ ਵੀ ਤੁਹਾਨੂੰ ਟੇਕ ਅਪ ਕਰਨਾ ਚਾਹੀਦਾ। ਤੁਹਾਨੂੰ ਨਵਰੀਤ ਸਿੰਘ ਦੀ ਮੌਤ ਅਜਾਇਆ ਨਹੀਂ ਜਾਣੀ ਚਾਹੀਦੀ। ਉਹ ਆਸਟ੍ਰੇਲੀਆ ਰਹਿੰਦਾ ਸੀ ਵਿਚਾਰਾ, 2 ਸਾਲ ਪਹਿਲਾਂ ਉਹਦਾ ਸ਼ਾਦੀ ਹੋਈ ਹੈ ਸਿਰਫ। ਉਹਦੇ ਤੁਸੀਂ ਅੰਦਾਜ਼ਾ ਲਾ ਲਓ ਉਹਦੀ ਜ਼ਿੰਦਗੀ, ਉਹਨਾਂ ਦੇ ਪਰਿਵਾਰ ਵਿੱਚ ਕਿੰਨਾ ਵੱਡਾ ਹਨੇਰਾ ਆਇਆ ਵਾ। ਉਹ ਕਿਸਾਨੀ ਅੰਦੋਲਨ ਵਿੱਚ ITO ਚੌਂਕ ਵਿੱਚ ਉਹਦੀ ਸ਼ਹਾਦਤ ਹੋਈ ਹੈ। ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਉਹਦੇ ਲਈ ਇਨਸਾਫ ਦੀ ਮੰਗ ਉਠਾਉਣੀ ਚਾਹੀਦੀ ਤੇ ਉਹਨੂੰ ਆਪਣਾ ਇੱਕ ਸਿਪਾਹੀ ਮੰਨਦਿਆਂ ਹੋਇਆਂ ਸਰਕਾਰ ਦੇ ਨਾਲ ਇਹ ਅਸੀਂ ਗੱਲ ਕਰਨੀ ਚਾਹੀਦੀ। ਦੂਸਰਾ, ਜਿਹੜਾ ਕਿਸਾਨ ਆਗੂਆਂ ਦੇ ਉੱਤੇ FIR ਦਰਜ ਕੀਤੀ ਗਈ ਹੈ, ਬਹੁਤ ਲੰਬੀ ਚੌੜੀ FIR, ਮੈਂ ਤੁਹਾਨੂੰ ਈਮੇਲ ਦੇ ਉੱਤੇ ਸਾਰਾ ਰਿਕਾਰਡ ਭੇਜ ਰਿਹਾ ਵਾਂ। ਮੇਰੇ ਖਿਆਲ ਸ਼ਾਇਦ 30-32 ਨੌਜਵਾਨਾਂ ਨੂੰ ਅਰੈਸਟ ਕੀਤਾ ਗਿਆ ਵਾ ਤੇ ਸ਼ਾਇਦ 30-31 ਜਿਹੜੀ ਕਿਸਾਨ ਜਥੇਬੰਦੀਆਂ ਦੇ ਇੰਪੋਰਟੈਂਟ ਲੀਡਰਸ ਹੈ ਸਾਰਿਆਂ ਨੂੰ ਉਹਦੇ ਚ ਨਾਮਜ਼ਦ ਕਰ ਦਿੱਤਾ। ਇਹ ਕੋਈ ਸੀਗਾ ਹੀ ਨਹੀਂ ਉੱਥੇ। ਜਿਹੜਾ ਜੋ ਕੁਝ ਘਟਨਾਕ੍ਰਮ ਵਾਪਰਿਆ ਉਹਨਾਂ ਤੇ 307 ਵੀ ਲਾਤੀ, ਉਹਨਾਂ ਦੇ ਪਤਾ ਨਹੀਂ 35-40 ਧਾਰਾਵਾਂ ਲਾ ਦਿੱਤੀਆਂ ਨੇ। ਦੇ ਹੈਡ ਨਥਿੰਗ ਟੂ ਡੂ ਵਿਦ ਦੈਟ। ਸਾਰਿਆਂ ਨੇ ਆਪਾਂ ਸੋਸ਼ਲ ਮੀਡੀਆ ਦੇਖਿਆ ਨਾ, ਉੱਥੇ ਜਿਹੜੇ ਇੰਪੋਰਟੈਂਟ ਲੀਡਰਸ ਸੀਗੇ ਕਿਸਾਨਾਂ ਦੇ, ਬਲਬੀਰ ਸਿੰਘ ਰਾਜੇਵਾਲ ਜਾਂ ਰੁਲਦਾ ਸਿੰਘ ਜਾਂ ਜਿਹੜੇ ਨਾਮ ਲਿਖੇ ਗਏ ਨੇ FIR ਦੇ ਵਿੱਚ, ਬਲਦੇਵ ਸਿੰਘ ਸਰਸਾ, ਜਗਜੀਤ ਸਿੰਘ ਡੱਲੇਵਾਲ, ਹਰਮੀਤ ਸਿੰਘ ਕਾਦੀਆਂ, ਇਹ ਤਾਂ ਹੈ ਹੀ ਨਹੀਂ ਸੀਗੇ। ਇਹ ਤਾਂ ਕਿਤੇ ਵੀ ਕਿਸੇ ਵਾਇਲੈਂਸ ਵਿੱਚ ਨਹੀਂ, ਸਿਰਫ 120 ਧਾਰਾ ਲਾ ਕੇ ਕਿ ਇਹਨਾਂ ਦੀ ਸਾਜ਼ਿਸ਼ ਦੇ ਨਾਲ ਕੀਤਾ ਗਿਆ ਵਾ। ਔਰ ਤੁਸੀਂ ਦੇਖਦੇ ਰਹੇ ਹੋ ਕਿ ਫਾਰਮ ਲੀਡਰਸ ਨੇ ਰਿਪੀਟਡਲੀ ਪੀਸ ਮੇਨਟੇਨ ਕਰਨ ਦੀ ਗੱਲ ਕੀਤੀ ਆ। ਦੁਬਾਰਾ ਉਹਨਾਂ ਨੇ ਕਿਹਾ ਕਿ ਆਪਾਂ ਸ਼ਾਂਤੀ ਭੰਗ ਨਹੀਂ ਕਰਨੀ। ਉਹ ਤਾਂ ਵਿਚਾਰੇ ਰੋਕਦੇ ਰਹੇ ਨੇ। ਔਰ ਜਦੋਂ 2.5-3 ਲੱਖ ਟਰੈਕਟਰ ਆ ਜਾਂਦਾ ਵਾ, ਫਰਜ਼ ਕਰੋ ਉਹਦੇ ਚ 5-7-8 ਲੱਖ ਆਦਮੀ ਆ ਜਾਂਦਾ ਵਾ,
ਇਦਾਂ ਦੇ ਵੱਡੇ ਇਕੱਠ ਵਿੱਚੋਂ ਅਗਰ ਕੋਈ ਥੋੜਾ ਬਹੁਤਾ ਨੌਜਵਾਨਾਂ ਨੇ ਕੁਝ ਇਦਾਂ ਦੀ ਗੱਲ ਕਰ ਵੀ ਦਿੱਤੀ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਉਹਦੇ ਵੱਲੋਂ ਖੇਦ ਵਿਅਕਤ ਕਰ ਦਿੱਤਾ, ਮਾਮਲਾ ਖਤਮ ਹੋ ਜਾਣਾ ਚਾਹੀਦਾ ਸੀਗਾ। FIR ਦਰਜ ਕਰਨੀ ਆ, ਇਹਦਾ ਮਤਲਬ ਆ ਕਿ ਉਹ ਆਗੂਆਂ ਨੂੰ ਕਾਨੂੰਨ ਦਾ, ਪੁਲਿਸ ਦਾ ਸਹਾਰਾ ਲੈ ਕੇ ਉਹਨਾਂ ਨੂੰ ਡਰਾ ਰਹੇ ਨੇ, ਉਹਨਾਂ ਨੂੰ ਧਮਕਾ ਰਹੇ ਨੇ। ਇਹਨੂੰ ਪੋਲੀਟੀਕਲ ਸਿਆਸੀ ਅੱਤਵਾਦ ਕਿਹਾ ਜਾ ਸਕਦਾ, ਇਹਨੂੰ ਪੋਲੀਟੀਕਲ ਟੈਰਰਿਜ਼ਮ ਕਿਹਾ ਜਾ ਸਕਦਾ, ਇਹਨੂੰ ਪਿਓਰ ਵੈਂਡੇਟਾ ਕਿਹਾ ਜਾ ਸਕਦਾ। ਇਹ ਬਦਲਾਖੋਰੀ ਦੀ ਨੀਤੀ ਆ ਔਰ ਇਸ ਦੇ ਨਾਲ ਉਹ ਸਾਡੇ ਅੰਦੋਲਨ ਨੂੰ ਖਦੇੜਨਾ ਚਾਹੁੰਦੇ ਨੇ, ਉਖਾੜਨਾ ਚਾਹੁੰਦੇ ਨੇ। ਬਜਾਏ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ, ਉਹਨਾਂ ਤੇ ਉਲਟਾ ਬਦਲਾਖੋਰੀ ਦੀ ਕਾਰਵਾਈ ਕਰਕੇ ਤੇ FIR ਦਰਜ ਕਰ। ਮੈਨੂੰ ਦੁੱਖ ਹੈ ਪੰਜਾਬ ਦੀ ਸਿਆਸੀ ਪਾਰਟੀਆਂ ਤੇ, ਇਹਨਾਂ ਨੇ ਕਿਸੇ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਨਹੀਂ ਉਠਾਈ। ਅੱਜ ਮੇਰੀ ਸਾਰਿਆਂ ਨੂੰ ਅਪੀਲ ਆ, ਬਲਕਿ ਪਾਰਟਿਕੂਲਰਲੀ ਕਾਂਗਰਸ ਦੀ ਜਿਹੜੀ ਪੰਜਾਬ ਦੀ ਸਰਕਾਰ ਆ, ਇਹਨਾਂ ਨੂੰ ਮੋਹਰੇ ਆਣ ਕੇ ਇਹਦਾ ਤਕੜੇ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਕਿੱਥੇ ਆ ਜਿਹੜਾ ਕਹਿੰਦਾ ਅਸੀਂ ਕਿਸਾਨ ਹਿਤੈਸ਼ੀ ਆ, ਅਸੀਂ ਸਿੱਖ ਹਿਤੈਸ਼ੀ ਆ, ਅਸੀਂ ਪੰਥਕ ਪਾਰਟੀ ਆ? ਆ ਝਾੜੂ ਵਾਲੇ ਜਿਹੜੇ ਨੇ ਕਿੱਥੇ ਨੇ? ਨਵਰੀਤ ਸਿੰਘ ਦੇ ਬਾਰੇ ਕਿਉਂ ਨਹੀਂ ਬੋਲਦੇ ਇਹ ਲੋਕ? ਕਿਉਂ ਟਵੀਟ ਕਰ ਕਰਕੇ ਉਲਟੇ ਬਿਆਨ ਦਿੰਦੇ ਨੇ, ਖੰਡਨ ਕਰਦੇ ਨੇ, ਕੰਡੈਮ ਕਰਦੇ ਨੇ? ਕਿਹੜਾ ਵਾਇਲੈਂਸ ਹੋਇਆ ਉੱਥੇ? ਮੈਨੂੰ ਦੱਸੋ। ਲਾਲ ਕਿਲੇ ਵਾਲੇ ਇਨਸੀਡੈਂਟ ਵਿੱਚ ਕਿੱਥੇ ਅਗਜ਼ਨੀ ਹੋਈ ਆ? ਕਿਹੜੇ ਪੁਲਿਸ ਦੇ ਕਿਸੇ ਪੁਲਿਸ ਦਾ ਕਤਲ ਹੋਇਆ ਹੋਵੇ? ਕੋਈ ਭੰਨ ਤੋੜ ਕਰਕੇ ਕੋਈ ਬੱਸਾਂ ਜਾਂ ਟਰੱਕਾਂ ਨੂੰ ਕੋਈ ਭੰਨ ਤੋੜ ਜਾਂ ਪਬਲਿਕ ਪ੍ਰਾਪਰਟੀ ਨੂੰ ਡੈਮੇਜ ਕੀਤਾ? ਕੁਝ ਨਹੀਂ ਹੋਇਆ। ਇਟ ਇਜ਼ ਆਲ blown out of proportion just to defame the farmers, just to make out ਕਿ ਇਹਨੂੰ ਹਿੰਦੂ ਬਨਾਮ ਸਿੱਖ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਜੇਪੀ ਵੱਲੋਂ। ਜਦ ਕਿ ਮੈਂ ਧੰਨਵਾਦ ਕਰਦਾ ਰਕੇਸ਼ ਟਕੈਤ ਦਾ, ਜੋਧਾ ਬੰਦਾ ਵਾ, ਜਿਸ ਨੇ ਕਿਹਾ ਕਿ ਕੱਲ ਮੈਂ ਗੋਲੀਆਂ ਮਾਰ ਲਓ ਤੇ ਭਾਵਾਂ ਮਾਰ ਲਓ ਤੁਸੀਂ ਲਾਠੀਆਂ, ਅਸੀਂ ਇੱਥੋਂ ਨਹੀਂ ਉੱਠ ਕੇ ਜਾਵਾਂਗੇ। ਔਰ ਰਾਤੋਂ ਰਾਤ ਹਜ਼ਾਰਾਂ ਟਰੈਕਟਰ ਜਿਹੜੇ ਉੱਤਰ ਪ੍ਰਦੇਸ਼ ਦੇ ਪਿੰਡਾਂ ਦੇ ਵਿੱਚੋਂ ਗਾਜ਼ੀਪੁਰ ਬਾਰਡਰ ਨੂੰ ਦੁਬਾਰਾ ਪਹੁੰਚ ਕੇ ਨੇ। ਮੇਰਾ ਸਲੂਟ ਆ ਰਕੇਸ਼ ਟਕੈਤ ਨੂੰ। ਔਰ ਉਸਨੇ ਕਿਹਾ ਵਾ ਕਿ ਜੇ ਮਾੜੀ ਮੋਟੀ ਕੋਈ ਇਨਸੀਡੈਂਟ ਹੋ ਗਿਆ, ਤੁਸੀਂ ਐਡੇ ਵੱਡੇ ਪੱਧਰ ਦੇ ਉੱਤੇ ਜ਼ਿਆਦਤੀਆਂ ਲੋਕਾਂ ਦੇ ਨਾਲ ਨਾ ਕਰੋ। ਮੇਰੀ ਰਕੇਸ਼ ਟਕੈਤ ਨੂੰ ਵੀ ਮੇਰੀ ਬੇਨਤੀ ਆ ਕਿ ਅਗਰ ਹੋ ਸਕੇ ਤੁਸੀਂ ਵਿਚਾਰ ਕਰੋ ਕਿ ਇਹ ਨੌਜਵਾਨ ਗਾਜ਼ੀਪੁਰ ਬਾਰਡਰ ਤੇ ਮਰਿਆ ਵਾ, ਇਹ ਅੰਦੋਲਨ ਕਰਕੇ ਮਰਿਆ ਹੈ, ਇਹਦਾ ਭੋਗ ਜਿਹੜਾ ਵਾ ਇਹਨੂੰ ਗਾਜ਼ੀਪੁਰ ਬਾਰਡਰ ਦੇ ਉੱਤੇ ਪਾਇਆ ਜਾਵੇ ਤੇ ਸਾਰਿਆਂ ਨੂੰ ਕਾਲ ਦਿੱਤੀ ਜਾਵੇ ਕਿ ਇਸ ਨੌਜਵਾਨ ਦੇ ਭੋਗ ਦੇ ਉੱਤੇ ਪਹੁੰਚੋ ਤਾਂ ਕਿ ਆਪਾਂ ਉਸ ਨੂੰ ਸਹੀ ਸ਼ਰਧਾਂਜਲੀ ਜਿਹੜੀ ਦੇ ਸਕੀਏ। ਇਹਨਾਂ ਦੋ ਇਸ਼ੂਜ਼ ਦੇ ਉੱਤੇ ਅੱਜ ਅਸੀਂ ਸਭ ਨੇ ਰਲ ਕੇ ਇਹ ਤੁਹਾਡੇ ਇਸ ਮਾਧਿਅਮ ਦੇ ਵਿੱਚ ਲਿਆ ਕੇ ਗੱਲ ਕੀਤੀ ਆ। ਔਰ ਇੱਕ ਨਿਆਇਕ ਜਾਂਚ ਨਵਰੀਤ ਦੇ ਕਤਲ ਦੀ ਤੇ ਝੂਠੇ ਮੁਕੱਦਮੇ ਜਿਹੜੇ ਕਿਸਾਨਾਂ ਦੇ ਖਿਲਾਫ ਦਹਿਸ਼ਤਗਰਦੀ ਦੇ ਨਜ਼ਰੀਏ ਨਾਲ ਬਣਾਏ ਗਏ ਨੇ, ਗਵਰਨਮੈਂਟ ਨੂੰ ਇਹਨੂੰ ਤੁਰੰਤ ਰੱਦ ਕਰਨਾ ਚਾਹੀਦਾ। ਤੇ ਜਿੰਨੇ ਨੌਜਵਾਨ ਗ੍ਰਿਫਤਾਰ ਕੀਤੇ ਹੋਏ ਨੇ, ਸ਼ਾਇਦ ਮੋਗੇ ਦੇ ਆਲੇ ਦੁਆਲੇ ਦੇ ਕੁਝ ਪਿੰਡਾਂ ਦੇ 30-32 ਨੌਜਵਾਨ ਨੇ ਜੇਲ੍ਹ ਵਿੱਚ ਰੱਖੇ ਹੋਏ ਨੇ, ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਰਿਹਾ ਕਰਕੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਦਿਆਂ ਹੋਇਆਂ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਦੇ ਨਾਲ ਸਮਾਪਤ ਕਰਾਉਣ ਵਿੱਚ ਸਰਕਾਰ ਨੂੰ ਰੋਲ ਅਦਾ ਕਰਨਾ ਚਾਹੀਦਾ। ਸਰਕਾਰ ਤਾਂ ਵਿਲਨ ਬਣ ਗਈ ਹੈ, ਸਰਕਾਰ ਤਾਂ ਫੁੱਟ ਪਵਾਉਣ ਚਲੀ ਗਈ ਹੈ, ਆਪਣੇ ਲੋਕਾਂ ਨੂੰ ਲੜਾਉਣ ਤੇ ਚਲੀ ਗਈ ਆ। ਕਿਸਾਨ ਜਿਹੜੇ ਬੈਠੇ ਨੇ, ਕੋਈ ਇਹ ਵਿਦੇਸ਼ੀ ਕਿਸਾਨ ਨੇ, ਇਹ ਪਾਕਿਸਤਾਨ ਤੋਂ ਆਏ ਨੇ, ਇਹ ਤਾਂ ਸਾਰੇ ਉੱਤਰਾਖੰਡ, ਯੂਪੀ, ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਲੋਕ ਨੇ। ਇਸ ਕਰਕੇ ਜਿਹੜਾ ਵਤੀਰਾ ਬੀਜੇਪੀ ਦੀ ਸਰਕਾਰ ਦਾ ਵਾ, ਉਹ ਮੈਂ ਸਮਝਦਾ ਕਿ ਅਗਰ ਸਹੀ ਮਾਇਨਿਆਂ ਵਿੱਚ ਦੇਸ਼ ਵਿਰੋਧੀ ਕੋਈ ਹੈ, ਬੀਜੇਪੀ ਦੀ ਸਰਕਾਰ ਆਪ ਆ। ਅਗਰ ਕੋਈ ਉਗਰਵਾਦੀ ਕਿਹਾ ਜਾ ਸਕਦਾ ਅੱਜ ਇਹ ਲੋਕ ਨੇ, ਅਗਰ ਕੋਈ ਐਂਟੀ ਨੈਸ਼ਨਲ ਕਿਹਾ ਜਾ ਸਕਦਾ ਤੇ ਬੀਜੇਪੀ ਦੀ ਸਰਕਾਰ ਐਂਟੀ ਨੈਸ਼ਨਲ ਕੰਮ ਕਰ ਰਹੀ, ਦੇਸ਼ ਨੂੰ ਕਮਜ਼ੋਰ ਕਰ ਰਹੀ ਹੈ। ਇਹ ਦੇਸ਼ ਨੂੰ ਤੋੜਨ ਵਾਲੇ ਪਾਸੇ ਲੈ ਕੇ ਜਾ ਰਹੇ, ਜੋੜਨ ਵਾਲੇ ਪਾਸੇ ਲੈ ਕੇ ਨਹੀਂ ਜਾ ਰਹੇ। ਇਹ ਸਾਡੀ ਅੱਜ ਦਾ ਏਜੰਡਾ ਸੀਗਾ। ਧੰਨਵਾਦ ਜੀ।